ਸਿੱਖਾਂ ਨੂੰ ਉਪਦੇਸ਼। ਇਸ ਤਰ੍ਹਾਂ ਸ਼੍ਰੀ ਜਪਜੀ ਸਾਹਿਬ ਨੂੰ ਤਰਤੀਬਵਾਰ ਕਰਕੇ ਕੁਝ ਚਿਰ ਪਿੱਛੋਂ ਗੁਰੂ ਜੀ ਨੇ ਸ਼੍ਰੀ ਅੰਗਦ ਜੀ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ, ਸਾਡੇ ਸਰੀਰ ਤਿਆਗਣ ਦਾ ਸਮਾਂ ਨੇੜੇ ਹੈ। ਸ਼੍ਰੀ ਅੰਗਦ ਜੀ ਨੇ ਕਿਹਾ, ਮਹਾਰਾਜ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਤੇ ਹੈ, ਪਰ ਆਪ ਜੀ ਦੇ ਅੰਤ ਸਮੇਂ ਮੈਨੂੰ ਇੱਥੇ ਆਉਣ ਦੀ ਆਗਿਆ ਹੈ ਕਿ ਨਹੀਂ? ਗੁਰੂ ਜੀ ਨੇ ਕਿਹਾ, ਤੁਸੀਂ ਇਸ ਪਾਸੇ ਨਾ ਆਉਣਾ, ਅਸੀਂ ਆਪ ਹੀ ਆ ਮਿਲਾਂਗੇ। ਇਹ ਬਚਨ ਸੁਣ ਕੇ ਸ਼੍ਰੀ ਅੰਗਦ ਜੀ ਨਾ ਜਾਣਾ ਚਾਹੁੰਦੇ ਹੋਏ ਵੀ ਆਗਿਆ ਦਾ ਪਾਲਣ ਕਰਦੇ ਹੋਏ ਖਡੂਰ ਆ ਗਏ। ਗੁਰੂ ਚਰਨਾਂ ਦੇ ਧਿਆਨ ਵਿੱਚ ਘਰ ਹੀ ਬੈਠੇ ਰਹਿੰਦੇ। ਪਸ਼ਚਾਤ ਕਰਤਾਰਪੁਰ ਜੋ ਪ੍ਰਸੰਗ ਵਾਰਤਾ ਹੋਈ ਉਹ ਸੁਣੀਏ। ਗ੍ਰੰਥ ਕਰਤਾ ਜੀ ਕਹਿੰਦੇ ਹਨ, ਗੁਰੂ ਨਾਨਕ ਜੀ ਦੇ ਦਰਬਾਰ ਦੇ ਅੱਗੇ ਇੱਕ ਵੱਡਾ ਪਿੱਪਲ ਹੁੰਦਾ ਸੀ। ਗੁਰੂ ਜੀ ਉਸ ਦੀ ਛਾਂ ਹੇਠਾਂ ਬੈਠੇ ਸਨ ਕਿ ਆਪ ਜੀ ਦੇ ਸਾਂਗ ਧਾਰਨ ਕਰਨ ਸਮੇਂ ਜਿਹੜੇ ਸਿੱਖ ਭੱਜ ਗਏ ਸਨ, ਉਹਨਾਂ ਨੇ ਇਹ ਸਮਝ ਕੇ ਕਿ ਇਹ ਸਾਂਗ ਗੁਰੂ ਜੀ ਨੇ ਸਾਡੇ ਪਰਖਣ ਵਾਸਤੇ ਧਾਰੇ ਸਨ, ਪਸ਼ਚਾਤਾਪ ਕਰਦੇ ਹੋਏ ਵਾਪਸ ਗੁਰੂ ਜੀ ਪਾਸ ਆਣ ਕੇ ਮਾफ़ੀ ਮੰਗੀ ਅਤੇ ਫੇਰ ਸੇਵਾ ਵਿੱਚ ਜੁਟ ਗਏ। ਸਾਰਾ ਕਾਰ ਵਿਹਾਰ ਪਹਿਲੇ ਵਾਂਗ ਹੀ ਚੱਲਣ ਲੱਗ ਪਿਆ ਅਤੇ ਸੰਗਤਾਂ ਦੀ ਆਵਾਜਾਈ ਨਾਲ ਗੁਰੂ ਜੀ ਪਾਸ ਭੀੜਾਂ ਰਹਿਣ ਲੱਗੀਆਂ। ਗੁਰੂ ਜੀ ਦਾ ਅਤੁੱਟ ਲੰਗਰ ਵਰਤਣ ਲੱਗ ਪਿਆ। ਆਪ ਜੀ ਦੀ ਮਹਿਮਾ ਤੁਰਕਾਂ ਵਿੱਚ ਬਹੁਤ ਵੱਧ ਗਈ। ਦੂਰ ਦੂਰ ਦੇਸ਼ਾਂ ਤੋਂ ਆਣ ਕੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਬਹੁਤ ਸ਼ਰਧਾ ਨਾਲ ਗੁਰੂ ਜੀ ਨੂੰ ਖੁਦਾ ਦਾ ਰੂਪ ਮੰਨਦੇ, ਸਭ ਨੂੰ ਉਪਦੇਸ਼ ਦਿੰਦੇ ਕਿ ਇਹ ਮਨੁੱਖ ਦਾ ਸਰੀਰ ਦੁਰਲੱਭ ਹੈ। ਆਪਣੇ ਸਰੂਪ ਆਤਮਾ ਨੂੰ ਜਾਣ ਕੇ ਇਸ ਨੂੰ ਸਫਲਾ ਕਰੋ। ਇਹ ਵਿਚਾਰ ਕਰੋ ਕਿ ਮੈਂ ਕੌਣ ਹਾਂ, ਜਗਤ ਦਾ ਕੀ ਮੂਲ ਹੈ। ਸੱਚ ਝੂਠ ਦਾ ਨਿਰਣਾ ਕਰਕੇ ਝੂਠੇ ਪਦਾਰਥਾਂ ਦਾ ਤਿਆਗ ਕਰੋ ਅਤੇ ਸੱਚ ਵਸਤੂ ਦਾ ਗ੍ਰਹਿਣ ਕਰੋ। ਇਹ ਸਰੀਰ ਆਦਿਕ ਜੋ ਸੰਸਾਰ ਦਾ ਪਸਾਰਾ ਹੈ, ਇਹ ਸਭ ਮਿੱਥਿਆ ਹੈ। ਇਸ ਨਾਲ ਪ੍ਰੀਤੀ ਨਾ ਕਰੋ। ਇਸ ਵਿਚਾਰ ਤੋਂ ਬਿਨਾਂ ਮਨੁੱਖ ਦੇਹੀ ਬੇਅਰਥ ਹੈ। ਜਨਮ ਤੋਂ ਲੈ ਕੇ ਮਰਨ ਪਰਯੰਤ ਜੀਵ ਦੁੱਖ ਭੋਗਦਾ ਹੈ। ਜਦ ਬੱਚਾ ਹੁੰਦਾ ਹੈ ਤਾਂ ਮੂੰਹ ਤੋਂ ਬੋਲ ਕੇ ਆਪਣਾ ਦੁੱਖ ਸੁੱਖ ਨਹੀਂ ਦੱਸ ਸਕਦਾ। ਦੁਖੀ ਹੁੰਦਾ ਹੈ ਤਾਂ ਰੋਂਦਾ ਹੈ। ਜਦ ਜਵਾਨ ਹੁੰਦਾ ਹੈ ਤਾਂ ਮਨ ਦੀਆਂ ਕਾਮਨਾਵਾਂ ਪ੍ਰਬਲ ਹੁੰਦੀਆਂ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਤਿਅੰਤ ਕਸ਼ਟ ਕਰਦਾ ਹੈ ਤੇ ਦੁੱਖ ਭੋਗਦਾ ਹੈ। ਉਪਰੰਤ ਜਦ ਬੁਢੇਪਾ ਆ ਜਾਂਦਾ ਹੈ ਤਾਂ ਸਰੀਰ ਨਿਰਬਲ ਹੋ ਜਾਂਦਾ ਹੈ। ਕੰਨਾਂ ਤੋਂ ਸੁਣਨਾ, ਅੱਖਾਂ ਤੋਂ ਵੇਖਣ ਸ਼ਕਤੀ ਘਟ ਜਾਂਦੀ ਹੈ। ਸਰੀਰ ਦਾ ਰੂਪ ਕਰੂਪ ਹੋ ਜਾਂਦਾ ਹੈ। ਪੈਰ ਕੰਮਕਾਰ ਤੋਂ ਰਹਿ ਜਾਂਦੇ ਹਨ। ਧੀਆਂ ਪੁੱਤਰ ਤੇ ਸੰਬੰਧੀ ਦੂਰ ਦੂਰ ਰਹਿੰਦੇ ਹਨ। ਇਸ ਤਰ੍ਹਾਂ ਇਹਨਾਂ ਕਠਿਨਾਈਆਂ ਵਿੱਚ ਮੌਤ ਦਾ ਸਮਾਂ ਆ ਜਾਂਦਾ ਹੈ ਅਤੇ ਰੁਦਨ ਕਰਦਾ ਹੋਇਆ ਅੱਗੇ ਨੂੰ ਤੁਰ ਪੈਂਦਾ ਹੈ। ਪਰੰਤੂ ਜਿਹੜੇ ਵਿਚਾਰਵਾਨ ਨਾਮ ਦਾ ਅਭਿਆਸ ਕਰਦੇ ਸੰਸਾਰ ਨੂੰ ਮਿੱਥਿਆ ਅਤੇ ਸਰੀਰ ਨੂੰ ਪਾਣੀ ਦਾ ਬੁਲਬੁਲਾ ਸਮਝਦੇ ਹਨ, ਉਹ ਮੌਤ ਤੋਂ ਭੈ ਰਹਿਤ ਹੋ ਕੇ ਪ੍ਰਸੰਨ ਰਹਿੰਦੇ ਹਨ। ਸੋ ਪੁਰਸ਼ ਇਸ ਤਰ੍ਹਾਂ ਧਨ ਪ੍ਰਾਪਤੀ ਵਿੱਚ ਹੀ ਸੁਖੀ ਨਹੀਂ ਹੈ। ਜਿਹੜੇ ਇਸ ਦੇ ਹੰਕਾਰ ਵਿੱਚ ਫਸਦੇ ਹਨ, ਉਹਨਾਂ ਨੂੰ ਰਤੀ ਭਰ ਵੀ ਸੁੱਖ ਨਹੀਂ ਮਿਲਦਾ। ਜੇ ਧਨ ਬਹੁਤਾ ਹੋਵੇ ਤਾਂ ਬਹੁਤ ਚਿੰਤਾ ਹੁੰਦੀ ਹੈ ਕਿ ਕਿਸੇ ਤਰ੍ਹਾਂ ਚਲਿਆ ਨਾ ਜਾਵੇ। ਜੇ ਧਨ ਚਲਿਆ ਜਾਵੇ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਧਨ ਦੀ ਸੰਭਾਲ ਵਾਸਤੇ ਸਦਾ ਹੀ ਕਈ ਪ੍ਰਕਾਰ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਇਸ ਨੂੰ ਕੋਈ ਚੋਰ ਚੁਰਾ ਕੇ ਨਾ ਲੈ ਜਾਵੇ, ਕੋਈ ਸੰਨ ਲਾ ਕੇ ਜਾਂ ਹੋਰ ਕਿਸੇ ਪ੍ਰਕਾਰ ਕਰਕੇ ਰਾਜਾ ਨਾ ਲੈ ਲਵੇ। ਇਸ ਵਾਸਤੇ ਸਰੀਰ ਅਤੇ ਧਨ ਦੇ ਹੰਕਾਰ ਨੂੰ ਦੂਰ ਕਰਕੇ ਨਾਮ ਵਿੱਚ ਲਿਵ ਜੋੜਨੀ ਚਾਹੀਦੀ ਹੈ। ਤ੍ਰਿਸ਼ਨਾ ਤੇ ਦਵੈਤ ਨੂੰ ਮਨ ਤੋਂ ਦੂਰ ਕਰਕੇ ਆਤਮ ਸਰੂਪ ਦੀ ਲਖਤਾ ਕਰਕੇ ਆਨੰਦ ਸਰੂਪ ਨੂੰ ਪ੍ਰਾਪਤ ਕਰੋ। ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਨਿਤਾ ਪ੍ਰਤੀ ਸੁਣ ਕੇ ਹਜ਼ਾਰਾਂ ਹੀ ਪੁਰਸ਼ ਮੁਕਤੀ ਦੇ ਯੋਗ ਹੋ ਗਏ। ਜੋਤੀ ਜੋਤ ਸਮਾਉਣ ਦੀ ਤਿਆਰੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਗੁਰੂ ਜੀ ਦੀ ਕਥਾ ਮੈਂ ਥੋੜ੍ਹੀ ਹੀ ਵਰਣਨ ਕੀਤੀ ਹੈ ਕਿਉਂਕਿ ਆਪ ਜੀ ਦੀ ਸਾਰੀ ਜੀਵਨ ਕਥਾ ਮੇਰੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ। ਕਥਨ ਕਰਦੇ ਹਨ ਕਿ ਇੱਕ ਦਿਨ ਗੁਰੂ ਜੀ ਪਿੱਪਲ ਦੀ ਛਾਵੇਂ ਬੈਠੇ ਹੋਏ ਸਨ ਕਿ ਆਪ ਜੀ ਨੇ ਮੱਝਾਂ ਘੋੜੀਆਂ ਭੁੱਖੀਆਂ ਵੇਖ ਕੇ ਕਮਲੀਏ ਸੇਵਾਦਾਰ ਨੂੰ ਆਖਿਆ ਕਿ ਇਹਨਾਂ ਵਾਸਤੇ ਬਾਹਰੋਂ ਜੂਹ ਵਿੱਚੋਂ ਘਾਹ ਲਿਆਓ। ਕਮਲੀਆ ਜਦ ਜੂਹ ਵੱਲ ਤੁਰਿਆ ਤਾਂ ਰਸਤੇ ਵਿੱਚ ਉਸ ਨੂੰ 3 ਆਦਮੀ ਮਿਲੇ। ਉਹਨਾਂ ਨੇ ਕਮਲੀਏ ਨੂੰ ਆਖਿਆ ਕਿ ਸਾਡਾ ਇਹ ਕੰਮ ਕਰੋ, ਇਹ ਵਿਭੂਤੀ ਸਵਾਦ ਇੱਕ ਚੁਟਕੀ ਗੁਰੂ ਨਾਨਕ ਜੀ ਨੂੰ ਜਾ ਕੇ ਦੇ ਦਿਓ। ਫਿਰ ਗੁਰੂ ਜੀ ਜੋ ਉੱਤਰ ਦੇਣਗੇ ਉਹ ਸਾਨੂੰ ਆਣ ਕੇ ਦੱਸਣਾ। ਕਮਲੀਆ ਉਹਨਾਂ ਪੁਰਸ਼ਾਂ ਦੇ ਤੇਜਵਾਨ ਸਰੂਪ ਵੇਖ ਕੇ ਮਨ ਵਿੱਚ ਹੈਰਾਨ ਹੋਇਆ ਅਤੇ ਵਿਚਾਰ ਕਰਕੇ ਉਹਨਾਂ ਨੂੰ ਆਖਿਆ ਕਿ ਮੈਨੂੰ ਗੁਰੂ ਜੀ ਦਾ ਹੁਕਮ ਹੈ ਕਿ ਘਾਹ ਦੀ ਪੰਡ ਲੈ ਕੇ ਆਓ। ਸੋ ਜੇਕਰ ਘਾਹ ਦੀ ਪੰਡ ਹੋਵੇਗੀ ਤਾਂ ਮੈਂ ਜਾ ਕੇ ਉਹਨਾਂ ਨੂੰ ਤੁਹਾਡਾ ਸੁਨੇਹਾ ਦਿਆਂਗਾ। ਤਦ ਉਹਨਾਂ ਤਿੰਨਾਂ ਵਿੱਚੋਂ ਇੱਕ ਸ਼੍ਰੇਸ਼ਟ ਪੁਰਸ਼ ਨੇ ਮੁੱਠੀ ਭਰ ਘਾਹ ਲੈ ਕੇ
ਉਸ ਦੀ ਪੰਡ ਬੰਨ੍ਹ ਕੇ ਕਮਲੀਏ ਦੇ ਸਿਰ ਤੇ ਚੁਕਾ ਕੇ ਭੇਜ ਦਿੱਤਾ। ਜਦ ਕਮਲੀਆ ਝਟਪਟ ਹੀ ਘਾਹ ਲੈ ਕੇ ਵਾਪਸ ਆ ਗਿਆ ਤਾਂ ਗੁਰੂ ਜੀ ਨੇ ਪੁੱਛਿਆ, ਕਮਲੀਆ ਤੂੰ ਬੜੀ ਛੇਤੀ ਆ ਗਿਆ ਹੈ। ਜੇ ਤੂੰ ਘਾਹ ਕਿਸੇ ਦਾ ਚੋਰੀ ਚੁੱਕ ਲਿਆਂਦਾ ਹੈ ਤਾਂ ਸਾਡੀਆਂ ਮੱਝਾਂ ਨੂੰ ਖਵਾਈ ਨਾ ਤੇ ਇਸ ਨੂੰ ਉੱਥੇ ਹੀ ਰੱਖ ਆ ਜਿੱਥੋਂ ਲਿਆਂਦਾ ਹੈ। ਤਦ ਕਮਲੀਏ ਨੇ ਕਿਹਾ, ਦੋਹਰਾ ਕਮਲਾ ਬੋਲਿਓ ਬੰਦ ਕਰ ਨਹੀਂ ਚੁਰਾਇਓ ਜਾਏ, ਜਿਉਂ ਆਨੋ ਪੂਰਨ ਤ੍ਰਿਣਨ ਤਿਉਂ ਸੁਣੀਏ ਸੁਖਦਾਏ। ਕਮਲੇ ਨੇ ਕਿਹਾ, ਮਹਾਰਾਜ ਮੈਂ ਇਹ ਚੋਰੀ ਕਰਕੇ ਨਹੀਂ ਲਿਆਂਦਾ, ਜਿਸ ਤਰ੍ਹਾਂ ਇਸ ਨੂੰ ਛੇਤੀ ਲੈ ਕੇ ਆਇਆ ਹਾਂ ਉਹ ਗੱਲ ਸੁਣ ਲਵੋ। ਕਮਲੀਏ ਨੇ ਦੱਸਿਆ, ਮਹਾਰਾਜ ਮੈਨੂੰ ਬਾਹਰ 3 ਜੋਗੀ ਮਿਲੇ ਹਨ। ਉਹ ਮੈਨੂੰ ਕਰਾਮਾਤੀ ਜਾਪਦੇ ਹਨ। ਉਹਨਾਂ ਨੇ ਇੱਕ ਮੁੱਠੀ ਭਰ ਘਾਹ ਲੈ ਕੇ ਮੈਨੂੰ ਪੰਡ ਬੰਨ੍ਹ ਦਿੱਤੀ ਅਤੇ ਤੁਹਾਨੂੰ ਇੱਕ ਸੁਨੇਹਾ ਭੇਜਿਆ ਹੈ। ਇਹ ਆਖ ਕੇ ਕਮਲੀਏ ਨੇ ਕੱਪੜੇ ਦੀ ਗੰਢ ਖੋਲ੍ਹ ਕੇ ਜਦ ਸਵਾਹ ਦੀ ਚੁਟਕੀ ਗੁਰੂ ਜੀ ਨੂੰ ਦਿੱਤੀ ਤਾਂ ਗੁਰੂ ਜੀ ਨੇ ਸਮਝ ਲਿਆ ਕਿ ਸ਼ਿਵ ਦੇ ਹੱਥ ਦੀ ਹੈ ਅਤੇ 3 ਵਾਰ ਕਿਹਾ, ਕਮਲਾ ਸਾਡਾ ਸੰਦੇਸ਼ ਲਿਆਇਆ ਹੈ। ਉਪਰੰਤ ਆਪ ਜੀ ਨੇ ਕਮਲੇ ਨੂੰ ਕਿਹਾ ਕਿ ਸਧਾਰਨ ਨੂੰ ਘਰੋਂ ਸੱਦ ਲਿਆਓ। ਜਦ ਸਧਾਰਨ ਆ ਗਿਆ ਤਾਂ ਉਸ ਨੂੰ ਨਾਲ ਲੈ ਕੇ ਗੁਰੂ ਜੀ ਉਹਨਾਂ 3 ਜੋਗੀ ਪੁਰਸ਼ਾਂ ਪਾਸ ਗਏ। ਸਧਾਰਨ ਨੂੰ ਕੁਝ ਪਰੇ ਬਿਠਾ ਦਿੱਤਾ ਅਤੇ ਆਪ ਇਕੱਲੇ ਹੀ ਉਹਨਾਂ ਨਾਲ ਗੱਲਬਾਤ ਕਰਨ ਲੱਗੇ। ਉਹਨਾਂ ਪੁਰਸ਼ਾਂ ਨੇ ਗੁਰੂ ਜੀ ਦੀ ਬੜੀ ਉਸਤਤੀ ਕਰਕੇ ਕਿਹਾ, ਤੁਸੀਂ ਪਾਖੰਡ ਦਾ ਖੰਡਨ ਕਰਕੇ ਬਹੁਤ ਜੀਵਾਂ ਨੂੰ ਸੁਮਾਰਗ ਬਖਸ਼ ਕੇ ਉਹਨਾਂ ਦਾ ਉਦਾਰ ਕੀਤਾ ਹੈ। ਉਪਰੰਤ ਆਪ ਜੀ ਨੇ ਆਪਣੀ ਜੋਤ ਸ਼੍ਰੀ ਅੰਗਦ ਜੀ ਵਿੱਚ ਪ੍ਰਗਟ ਕਰਕੇ ਆਪਣੇ ਥਾਂ ਸਥਾਪਨ ਕਰ ਦਿੱਤਾ ਹੈ। ਸੋ ਹੁਣ ਆਪ ਸੱਚਖੰਡ ਚੱਲਣ ਦੀ ਤਿਆਰੀ ਕਰੋ। ਇਹ ਬਚਨ ਆਖ ਕੇ ਉਹ 3 ਪੁਰਸ਼ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਥਾਨਾਂ ਨੂੰ ਚਲੇ ਗਏ। ਇੱਧਰ ਸਧਾਰਨ ਪਾਸ ਆਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਸਥਾਨ ਉੱਤੇ ਲੱਕੜਾਂ ਦਾ ਢੇਰ ਇਕੱਠਾ ਕਰ ਦਿਓ। ਘਰ ਆਣ ਕੇ ਸਧਾਰਨ ਨੂੰ ਆਖਿਆ ਕਿ ਸਾਡੇ ਬਸਤਰ ਧੋ ਲਿਆਓ। ਜਦ ਸਧਾਰਨ ਕੱਪੜੇ ਧੋ ਕੇ ਸੁਕਾ ਕੇ ਲੈ ਆਇਆ ਤਾਂ ਕਿਹਾ, ਘਰ ਵਿੱਚ ਲੇਪਣ ਕਰ ਦਿਓ। ਆਗਿਆ ਅਨੁਸਾਰ ਸਧਾਰਨ ਨੇ ਪ੍ਰੇਮ ਨਾਲ ਸਾਰੇ ਘਰ ਨੂੰ ਲੇਪਣ ਕਰਕੇ ਜਦ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਨੇ ਵੇਖ ਕੇ ਸਧਾਰਨ ਉੱਤੇ ਬਹੁਤ ਪ੍ਰਸੰਨਤਾ ਪ੍ਰਗਟ ਕਰਕੇ ਉਸ ਨੂੰ ਆਤਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਉਪਰੰਤ ਗੁਰੂ ਜੀ ਫਿਰ ਪਿੱਪਲ ਹੇਠਾਂ ਹੀ ਆ ਬੈਠੇ, ਜਿੱਥੇ ਸਿੱਖ ਸੰਗਤਾਂ ਦਾ ਦੀਵਾਨ ਸੱਜ ਰਿਹਾ ਸੀ ਅਤੇ ਨਾਮ ਬਾਣੀ ਦਾ ਕੀਰਤਨ ਹੋ ਰਿਹਾ ਸੀ। ਪਹਿਲੇ ਵਾਂਗ ਹੀ ਗੁਰੂ ਜੀ ਆਪਣੀ ਨਿਤ ਮਰਿਆਦਾ ਅਨੁਸਾਰ ਸਾਧ ਸੰਗਤ ਕੀਰਤਨ ਅਤੇ ਕਥਾ ਉਪਦੇਸ਼ ਕਰਦੇ ਰਹੇ। ਕਰਤਾਰਪੁਰ ਵਿੱਚ ਇਸ ਸਮੇਂ ਸਤਯੁਗ ਵਰਤ ਰਿਹਾ ਸੀ। ਦੂਸਰੇ ਦਿਨ ਗੁਰੂ ਜੀ ਇਸ਼ਨਾਨ ਕਰਕੇ ਬੈਠ ਗਏ ਅਤੇ ਸਿੱਖ ਸੰਗਤਾਂ ਨੇ ਆਣ ਕੇ ਕੀਰਤਨ ਆਰੰਭ ਕਰ ਦਿੱਤਾ। ਗੁਰੂ ਜੀ ਦੀ ਆਪਣੇ ਸਰੂਪ ਵਿੱਚ ਹੀ ਇੱਕ ਪਹਿਰ ਸਮਾਧੀ ਲੱਗੀ ਰਹੀ। ਜਦ ਸਮਾਧੀ ਖੁੱਲੀ ਤਾਂ ਆਪ ਜੀ ਨੇ ਬਚਨ ਕੀਤਾ ਕਿ ਅੱਜ ਸਾਡੇ ਸੱਚਖੰਡ ਜਾਣ ਦਾ ਸੋਹਣਾ ਦਿਨ ਹੈ। ਇਸ ਵਾਸਤੇ ਫੁੱਲ, ਕਪੂਰ, ਚੰਦਨ, ਕੁਸ਼ਾ ਅਤੇ ਗੁਲਾਬ ਆਦਿ ਸਮੱਗਰੀ ਦੀਆਂ ਸਭ ਚੀਜ਼ਾਂ ਲੈ ਆਓ। ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਡਾਵਾਂਡੋਲ ਹੋ ਗਏ ਅਤੇ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਸੱਚਖੰਡ ਨੂੰ ਚੱਲੇ ਹਨ। ਉਸ ਦਿਨ ਅੱਸੂਵਦੀ ਸਪਤਮੀ ਸੀ, ਜਿਸ ਦਿਨ ਗੁਰੂ ਜੀ ਨੇ ਸਰੀਰ ਤਿਆਗਣ ਦੀ ਵਿਉਂਤ ਬਣਾਈ ਸੀ। ਇਹ ਖਬਰ ਸੁਣ ਕੇ ਦਰਸ਼ਨ ਅਭਿਲਾਖਿਆਂ ਦੀ ਆਪ ਜੀ ਪਾਸ ਬਹੁਤ ਭੀੜ ਹੋ ਗਈ। ਤਦ ਗੁਰੂ ਜੀ ਨੇ ਸਧਾਰਨ ਨੂੰ ਕਿਹਾ, ਛੇਤੀ ਉੱਠ ਕੇ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਸਾਡੇ ਪਾਸ ਸੱਦ ਲਿਆਓ। ਸਧਾਰਨ ਨੇ ਜਾ ਕੇ ਕਿਹਾ, ਗੁਰੂ ਜੀ ਦੀ ਅੱਜ ਤਿਆਰੀ ਹੈ, ਉਹਨਾਂ ਨੇ ਤੁਹਾਨੂੰ ਸੱਦਿਆ ਹੈ, ਛੇਤੀ ਚੱਲੋ। ਅੱਗੋਂ ਸਾਹਿਬਜ਼ਾਦਿਆਂ ਨੇ ਕਿਹਾ, ਹੁਣੇ ਅਜੇ ਸੁੱਖ ਆਨੰਦ ਬੈਠੇ ਹੋਏ ਸਨ, ਇਤਨੀ ਛੇਤੀ ਅਚਾਨਕ ਤਿਆਰੀ ਕਿਸ ਤਰ੍ਹਾਂ ਹੋ ਗਈ, ਸਾਨੂੰ ਯਕੀਨ ਨਹੀਂ ਆਉਂਦਾ। ਇਹ ਆਖ ਕੇ ਸਾਹਿਬਜ਼ਾਦੇ ਗੁਰੂ ਜੀ ਪਾਸ ਨਾ ਗਏ। ਜਦ ਸ਼੍ਰੀ ਸੁਲੱਖਣੀ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਸਮਾਉਣ ਲੱਗੇ ਹਨ ਅਤੇ ਸਾਹਿਬਜ਼ਾਦਿਆਂ ਨੇ ਉਹਨਾਂ ਦਾ ਕਿਹਾ ਨਹੀਂ ਮੰਨਿਆ ਤਾਂ ਮਾਤਾ ਜੀ ਛੇਤੀ ਨਾਲ ਆਪ ਗੁਰੂ ਜੀ ਪਾਸ ਆਏ ਅਤੇ ਆਪ ਜੀ ਦੀ ਸਰੀਰ ਛੱਡਣ ਦੀ ਤਿਆਰੀ ਵੇਖ ਕੇ ਬਹੁਤ ਵਿਰਾਗਵਾਨ ਹੋਏ। ਗੁਰੂ ਜੀ ਨੇ ਉਸ ਦੀ ਬਹਿਬਲ ਦਸ਼ਾ ਨੂੰ ਵੇਖ ਕੇ ਆਖਿਆ, ਸੁਭਾਗੇ ਜੋ ਗੱਲ ਕਰਨੀ ਹੈ ਉਹ ਕਰ ਲੈ, ਪਿੱਛੋਂ ਨਾ ਕਹਿਣਾ ਕਿ ਮੈਂ ਕੋਈ ਗੱਲ ਨਹੀਂ ਕੀਤੀ। ਮਾਤਾ ਜੀ ਇਹ ਗੱਲ ਸੁਣ ਕੇ ਬਹੁਤ ਦੀਨ ਹੋ ਕੇ ਬੋਲੇ ਕਿ ਭਲਕੇ ਤੁਹਾਡੇ ਪਿਤਾ ਦਾ ਸ਼ਰਾਧ ਹੈ, ਇਸ ਕਰਕੇ ਚੰਗੀ ਗੱਲ ਇਹੀ ਹੈ ਕਿ ਪਿਤਾ ਦਾ ਸ਼ਰਾਧ ਕਰਕੇ ਹੀ ਜੋਤੀ ਜੋਤ ਸਮਾਉਣਾ। ਸਰੀਰ ਤਿਆਗਣਾ ਅਤੇ ਰੱਖਣਾ ਤੁਹਾਡੀ ਇੱਛਾ ਅਨੁਸਾਰ ਹੀ ਹੈ, ਇਸ ਕਰਕੇ ਇੱਕ ਦਿਨ ਹੋਰ ਠਹਿਰ ਜਾਓ। ਗੁਰੂ ਜੀ ਨੇ ਕਿਹਾ, ਚੋਣੀਏ
ਤੂੰ ਠੀਕ ਗੱਲ ਆਖੀ ਹੈ। ਹੁਣ ਸ਼ਰਾਧ ਦਾ ਸਮਾਨ ਤਿਆਰ ਕਰੋ। ਅਸੀਂ ਅਸ਼ਟਮੀ ਦਾ ਸ਼ਰਾਧ ਕਰਕੇ ਨੌਵੀਂ ਨੂੰ ਸਾਰਾ ਦਿਨ ਬਤੀਤ ਕਰਕੇ ਉਪਰੰਤ ਦਸਵੀਂ ਨੂੰ ਤਿਆਗ ਕਰਾਂਗੇ। ਆਪ ਜੀ ਦੇ ਇਹ ਬਚਨ ਸੁਣ ਕੇ ਸਾਰੇ ਇਸਤਰੀ ਪੁਰਸ਼ ਪ੍ਰਸੰਨ ਹੋ ਗਏ। ਤਿਆਰੀ। ਭਾਈ ਸਾਹਿਬ ਜੀ ਲਿਖਦੇ ਹਨ, ਜਦ ਅਸ਼ਟਮੀ ਦਾ ਦਿਨ ਚੜ੍ਹਿਆ ਤਾਂ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਾ ਕੇ ਗੁਰੂ ਜੀ ਪਿਤਾ ਜੀ ਦਾ ਸ਼ਰਾਧ ਮਰਿਆਦਾ ਅਨੁਸਾਰ ਕਰਨ ਲੱਗੇ। ਭਾਵੇਂ ਗੁਰੂ ਜੀ ਨੂੰ ਜਿਨ੍ਹਾਂ ਦਾ ਨਾਮ ਲੈ ਕੇ ਅਨੇਕਾਂ ਪ੍ਰਾਣੀਆਂ ਨੇ ਮੁਕਤੀ ਦਾਨ ਪਾਇਆ ਹੈ ਸ਼ਰਾਧ ਕਰਾਉਣ ਦੀ ਲੋੜ ਨਹੀਂ ਸੀ, ਪਰ ਫਿਰ ਵੀ ਸੰਸਾਰੀ ਮਰਿਆਦਾ ਦਾ ਪਾਲਣ ਕਰਨ ਵਾਸਤੇ ਇਹ ਲੀਲਾ ਰਚਨ ਕੀਤੀ। ਜਦ ਸ਼ਰਾਧ ਮਰਿਆਦਾ ਪੂਰਵਕ ਸਮਾਪਤ ਹੋ ਗਿਆ ਤਾਂ ਗੁਰੂ ਜੀ ਲੰਗਰ ਅਸਥਾਨ ਵਿੱਚ ਚਲੇ ਗਏ। ਚਾਰੇ ਵਰਨਾਂ ਦੀਆਂ ਪੰਗਤਾਂ ਬਿਠਾਲ ਕੇ ਭੋਜਨ ਵਰਤਾਉਣ ਵਾਸਤੇ ਵਰਤਾਵੇ ਲਾ ਦਿੱਤੇ। ਸਭ ਲੋਕ ਪੰਚਾਮ੍ਰਿਤ, ਪੂਰੀ, ਕਚੌਰੀ, ਖੀਰ, ਪੂੜੇ ਆਦਿ ਬਹੁਤ ਸਵਾਦਿਸ਼ਟ ਭੋਜਨ ਛਕ ਕੇ ਬੜੇ ਪ੍ਰਸੰਨ ਹੋਏ। ਜਦ ਸਭ ਵੱਡੀਆਂ ਪੰਗਤਾਂ ਪ੍ਰਸਾਦ ਛਕ ਕੇ ਉੱਠ ਗਈਆਂ ਤਾਂ ਗੁਰੂ ਜੀ ਨੇ ਰਸੋਈਏ ਨੂੰ ਆਖਿਆ ਕਿ ਪਹਿਰ ਰਾਤ ਤੱਕ ਜਿਹੜਾ ਆਵੇ ਸਭ ਨੂੰ ਭੋਜਨ ਛਕਾਉਣਾ। ਇਹ ਆਗਿਆ ਕਰਕੇ ਗੁਰੂ ਜੀ ਆਪ ਧਰਮਸ਼ਾਲਾ ਵਿੱਚ ਆਪ ਬਿਰਾਜਮਾਨ ਹੋਏ। ਉਪਰੰਤ ਬਹੁਤ ਦੂਰ ਦੂਰ ਤੋਂ ਲੋਕਾਂ ਨੇ ਆਣ ਕੇ ਭੋਜਨ ਛਕਿਆ। ਇਸ ਤਰ੍ਹਾਂ ਭੋਜਨ ਭੰਡਾਰ ਵਿੱਚ ਹੀ ਅਸ਼ਟਮੀ ਦਾ ਸਾਰਾ ਦਿਨ ਬੀਤ ਗਿਆ। ਗੁਰੂ ਜੀ ਦਾ ਸਮਾਉਣਾ ਸੁਣ ਕੇ ਦੂਰ ਦੂਰ ਤੋਂ ਲੋਕ ਦਰਸ਼ਨ ਕਰਨ ਵਾਸਤੇ ਆਏ ਅਤੇ ਕਰਤਾਰ ਵਿੱਚ ਹਰ ਸ਼੍ਰੇਣੀ ਦੇ ਬਹੁਤ ਲੋਕ ਇਕੱਠੇ ਹੋ ਗਏ। ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਅਤੇ ਕੀਰਤਨ ਹੋ ਰਿਹਾ ਸੀ। ਦਰਸ਼ਨ ਕਰਨ ਵਾਲੇ ਲੋਕਾਂ ਦੀ ਚਾਰ ਚੁਫੇੜੇ ਭੀੜ ਲੱਗੀ ਹੋਈ ਸੀ। ਇਸ ਸਮੇਂ ਮਾਤਾ ਸੁਲੱਖਣੀ ਜੀ ਵੀ ਗੁਰੂ ਜੀ ਪਾਸ ਦੀਨ ਮਨ ਹੋ ਕੇ ਆਣ ਬੈਠੇ। ਤਦ ਗੁਰੂ ਜੀ ਨੇ ਇੱਕ ਸਿੱਖ ਨੂੰ ਆਖਿਆ ਕਿ ਸ੍ਰੀ ਚੰਦ ਲਖਮੀ ਦਾਸ ਜੀ ਨੂੰ ਵੀ ਬੁਲਾ ਕੇ ਲੈ ਆਓ। ਜਦ ਸੇਵਕ ਨੇ ਜਾ ਕੇ ਸਾਹਿਬਜ਼ਾਦਿਆਂ ਨੂੰ ਇਹ ਗੱਲ ਆਖੀ ਕਿ ਗੁਰੂ ਜੀ ਚਲਾਣਾ ਕਰਨ ਲੱਗੇ ਹਨ, ਚੱਲ ਕੇ ਦਰਸ਼ਨ ਕਰ ਲਵੋ ਅਤੇ ਜੋ ਕੁਝ ਇੱਛਾ ਹੋਵੇ ਗੱਲਬਾਤ ਕਰ ਲਵੋ। ਤਦ ਸਾਹਿਬਜ਼ਾਦਿਆਂ ਨੇ ਹੱਸ ਕੇ ਕਿਹਾ, ਜਿਵੇਂ ਸਪਤਮੀ ਨੂੰ ਸਮਾਉਣ ਲੱਗੇ ਸਨ ਉਸ ਤਰ੍ਹਾਂ ਅੱਜ ਵੀ ਸਮਾਉਣਗੇ। ਜਦ ਸੇਵਕ ਨੇ ਇਹ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਗੁਰੂ ਜੀ ਚੁੱਪ ਹੋ ਗਏ। ਉੱਤਰਾਰਧ ਅੰਤਮ ਉਪਦੇਸ਼। ਇਸ ਸਮੇਂ ਸਾਧਾਰਨ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿਹੜੇ ਵਿੱਚ ਲੇਪਨ ਦੇ ਕੇ ਚੰਦਨ ਆਦਿ ਸੁਗੰਧੀਆਂ ਨਾਲ ਸਾਰਾ ਘਰ ਸੁਗੰਧਿਤ ਕਰ ਦਿੱਤਾ ਅਤੇ ਜਿਸ ਸਥਾਨ 'ਤੇ ਆਪ ਜੀ ਨੇ ਦੱਸਿਆ ਹੈ ਉੱਥੇ ਕੁਸ਼ਾ ਵਿਛਾ ਦਿੱਤੀ ਹੈ। ਇਹ ਗੱਲ ਸੁਣ ਕੇ ਸਿੱਖਾਂ ਦੀਆਂ ਅੱਖਾਂ 'ਚੋਂ ਜਲ ਚੋ ਪਿਆ ਅਤੇ ਸਭ ਦੇ ਮਨ ਮੁਰਝਾ ਗਏ। ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਕਿਹਾ, ਹੇ ਸਿੱਖੋ, ਤੁਸੀਂ ਸ਼ੋਕਮਾਨ ਕਿਉਂ ਹੁੰਦੇ ਹੋ? ਇਸ ਸਰੀਰ ਦਾ ਮੋਹ ਝੂਠਾ ਹੈ। ਜਿਵੇਂ ਦਿਨ ਹੁੰਦਾ ਹੈ ਤੇ ਫਿਰ ਰਾਤ ਆਉਂਦੀ ਹੈ, ਤਿਵੇਂ ਹੀ ਇਸ ਸਰੀਰ ਦਾ ਮਿਲਣਾ ਤੇ ਵਿਛੜਨਾ ਹੁੰਦਾ ਹੈ। ਜੋ ਪੁਰਸ਼ ਸ਼ਬਦ ਨਾਮ ਨਾਲ ਮਿਲਦੇ ਹਨ ਉਹ ਕਦੀ ਨਹੀਂ ਵਿਛੜਦੇ। ਜਿਨ੍ਹਾਂ ਦੀ ਸਾਨੂੰ ਮਿਲਣ ਦੀ ਇੱਛਾ ਹੈ ਉਹਨਾਂ ਨੂੰ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ। ਨਾਮ ਦਾ ਸੁਣਨਾ, ਮੰਨਣਾ ਤੇ ਸਿਮਰਨ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਫੇਰ ਕਦੀ ਸਾਡੇ ਨਾਲੋਂ ਵਿਛੜਨਾ ਨਹੀਂ ਹੋਵੇਗਾ। ਨਾਮ ਤੋਂ ਬਿਨਾਂ ਹੋਰ ਜੋ ਕੁਝ ਵੀ ਸੰਸਾਰ ਵਿੱਚ ਪਸਾਰਾ ਦਿਸ ਰਿਹਾ ਹੈ ਉਹ ਸਭ ਨਾਸਵੰਤ ਹੈ। ਸੂਰਜ ਚੰਦ ਦਾ ਵੀ ਸਮਾਂ ਪਾ ਕੇ ਨਾਸ਼ ਹੋ ਜਾਂਦਾ ਹੈ। ਸੁਮੇਰ ਜੋ ਦੇਵਤਿਆਂ ਦਾ ਆਸਰਾ ਹੈ ਉਹ ਉਸ ਨੂੰ ਵੀ ਨਾਸ ਹੁੰਦਿਆਂ ਇੱਕ ਛਿਨ ਨਹੀਂ ਲੱਗਦਾ। ਪ੍ਰਿਥਵੀ, ਜਲ ਤੇ ਵੱਡੇ ਸਮੁੰਦਰ ਵੀ ਕਾਲ ਅੱਗੇ ਨਹੀਂ ਠਹਿਰਦੇ। ਅਗਨੀ, ਪੌਣ ਜੋ ਬਹੁਤ ਬਲਵਾਨ ਹਨ ਉਹ ਵੀ ਸਮਾਂ ਪਾ ਕੇ ਬਲਹੀਨ ਹੋ ਜਾਂਦੇ ਹਨ। ਮਹਾਬਲੀ, ਰਾਜੇ, ਦੈਂਤ, ਦੇਵਤੇ ਅਤੇ ਅਵਤਾਰ ਸਭ ਦੇ ਸਿਰ ਤੇ ਕਾਲ ਦਾ ਡੰਕਾ ਵੱਜ ਰਿਹਾ ਹੈ। ਇੰਦਰ, ਕੁਬੇਰ ਆਦਿ ਨੂੰ ਨਾਸ਼ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਜਗਤ ਦੀ ਰਚਨਾ ਕਰਨ ਵਾਲਾ ਬ੍ਰਹਮਾ, ਵਿਸ਼ਨੂੰ ਪਾਲਣਾ ਕਰਨ ਵਾਲਾ ਤੇ ਸ਼ਿਵ ਸਭ ਦਾ ਨਾਸ਼ ਕਰਨ ਵਾਲਾ ਹੈ। ਇਹਨਾਂ ਦਾ ਵੀ ਸਮਾਂ ਪਾ ਕੇ ਨਾਸ਼ ਹੋ ਜਾਏਗਾ। ਜੀਵਾਂ ਦੀ ਕਿਹੜੀ ਗੱਲ ਹੈ, ਕਾਲ ਨੇ ਸਭ ਕਿਸੇ ਨੂੰ ਗਰਸਿਆ ਹੋਇਆ ਹੈ। ਕਿਸੇ ਨੇ ਥਿਰ ਨਹੀਂ ਰਹਿਣਾ। ਇਸ ਕਰਕੇ ਸ਼ਬਦ ਦਾ ਅਭਿਆਸ ਕਰੋ। ਰਾਤ ਦਿਨ ਸਤਿਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਬਹੁਤ ਉਪਦੇਸ਼ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਦਿੱਤੀ। ਤਦ ਸੂਰਜ ਚੜ੍ਹਨ ਦਾ ਸਮਾਂ ਹੋਇਆ ਤਾਂ ਗੁਰੂ ਜੀ ਧਰਮਸ਼ਾਲਾ ਤੋਂ ਬਾਹਰ ਆਣ ਕੇ ਉੱਪਰ ਚਾਦਰਾ ਲੈ ਕੇ ਕੁਸ਼ਾ ਦੇ ਆਸਣ ਉੱਤੇ ਲੰਮੇ ਪੈ ਗਏ। ਮਾਤਾ ਸੁਲੱਖਣੀ ਜੀ ਨੇ ਵਿਚਾਰਿਆ ਕਿ ਮੇਰੇ ਪੁੱਤਰ ਜੇ ਹੁਣ ਇਸ ਸਮੇਂ ਵੀ ਆਪਣੇ ਪਿਤਾ ਜੀ ਨੂੰ ਨਾ ਮਿਲੇ ਤਾਂ ਪਿੱਛੋਂ ਪਛਤਾਉਣਗੇ। ਇਸ ਵਾਸਤੇ ਮਾਤਾ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਹੁਣ ਸਾਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਵੋ। ਇਸ ਸਮੇਂ ਉਹਨਾਂ ਦਾ ਤੁਹਾਡੇ ਪਾਸ ਹੋਣਾ ਜ਼ਰੂਰੀ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੇ ਪਾਸ ਬੁਲਾ ਲਿਆ। ਸੱਚਖੰਡ ਪ੍ਰਵੇਸ਼। ਤਦ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਨੇ ਆਣ ਕੇ ਬੜੀ ਸ਼ਰਧਾ ਨਾਲ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਸਰਬੱਗੇ ਗੁਣਾਂ ਦੀ ਖਾਨ ਪਿਤਾ ਜੀ, ਸਾਨੂੰ ਇਹ ਪਤਾ
ਨਹੀਂ ਸੀ ਕਿ ਆਪ ਸੱਚਮੁੱਚ ਸਾਨੂੰ ਮਿਲਣ ਤੋਂ ਬਿਨਾਂ ਹੀ ਜੋਤੀ ਜੋਤ ਸਮਾ ਜਾਓਗੇ। ਇਸ ਕਰਕੇ ਸਾਡੀ ਭੁੱਲ ਬਖਸ਼ ਕੇ ਬੇਨਤੀ ਪ੍ਰਵਾਨ ਕਰੋ ਅਤੇ ਸਾਨੂੰ 2 ਘੜੀਆਂ ਵਾਸਤੇ ਦਰਸ਼ਨ ਦੇ ਦਿਓ। ਸਾਹਿਬਜ਼ਾਦਿਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਉੱਠ ਬੈਠੇ ਅਤੇ ਕਿਹਾ, ਜੇ ਤੁਸੀਂ ਸਾਡਾ ਬਹੁਤ ਸਮੇਂ ਲਈ ਜੀਵਨ ਮੰਗਦੇ ਤਾਂ ਅਸਾਂ ਤੁਹਾਡੀ ਉਹ ਬੇਨਤੀ ਵੀ ਪ੍ਰਵਾਨ ਕਰ ਲੈਣੀ ਸੀ, ਪਰ ਤੁਸਾਂ ਕੇਵਲ 2 ਘੜੀਆਂ ਹੀ ਮੰਗੀਆਂ ਹਨ। ਜੋ ਨਿਰੰਕਾਰ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਕਦੀ ਵੱਧ ਘੱਟ ਨਹੀਂ ਹੁੰਦਾ। ਹੁਣ ਜੋ ਕੁਝ ਤੁਹਾਡੇ ਮਨ ਵਿੱਚ ਹੈ ਉਹ ਆਖੋ। ਤਦ ਸ਼੍ਰੀ ਚੰਦ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਿਤਾ ਦੀ ਜਾਇਦਾਦ ਦੇ ਪੁੱਤਰ ਅਧਿਕਾਰੀ ਹੁੰਦੇ ਹਨ, ਪਰ ਤੁਸੀਂ ਸਾਨੂੰ ਖਾਲੀ ਛੱਡ ਕੇ ਸ਼੍ਰੀ ਲਹਿਣਾ ਜੀ ਨੂੰ ਆਪਣੇ ਥਾਪ ਚੱਲੇ ਹੋ। ਇਹ ਤੁਸਾਂ ਅਯੋਗ ਕਾਰ ਕੀਤੀ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖ ਸੂਰਤਨ ਸੰਗਰਾਮ ਰਣ ਮਹਿ ਛੁਟਿਐ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀ ਇਹ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਭਾਵ ਲੱਖਾਂ ਨੇਕੀਆਂ ਪੁੰਨ ਤਪ ਤੀਰਥ ਇਸ਼ਨਾਨ ਸੂਰਮ ਗਤੀ ਦੇ ਕਰਮ ਗਿਆਨ ਧਿਆਨ ਵੇਦਾਂ ਪੁਰਾਣਾਂ ਦੇ ਪਾਠ ਆਦਿ ਇਹ ਸਭ ਸਿਆਣਪਾਂ ਤੇ ਚਤੁਰਾਈਆਂ ਉਸ ਸਿਰਜਣਹਾਰ ਅੱਗੇ ਜਿਸ ਨੇ ਜੀਵ ਦਾ ਜੰਮਣਾ ਮਰਨਾ ਲਿਖਿਆ ਹੈ ਨਿਸਫਲ ਹਨ। ਪ੍ਰਾਪਤ ਉਹੀ ਵਸਤੂ ਹੋਵੇਗੀ ਜਿਹੜੀ ਜੀਵ ਵਾਸਤੇ ਨੀਅਤ ਕਰ ਦਿੱਤੀ ਹੈ। ਸੋ ਤੁਸੀਂ ਬੇਫਿਕਰ ਰਹੋ, ਸਭ ਕੁਝ ਲੈਣਾ ਜਾਂ ਦੇਣਾ ਕਰਤਾਰ ਦੇ ਹੱਥ ਹੈ, ਹੋਰ ਕਿਸੇ ਦੇ ਨਹੀਂ। ਇਹ ਬਚਨ ਸੁਣ ਕੇ ਦੋਹਾਂ ਪੁੱਤਰਾਂ ਨੇ ਕਿਹਾ, ਪਿਤਾ ਜੀ ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ, ਜਿਵੇਂ ਤੁਹਾਨੂੰ ਪ੍ਰਵਾਨ ਹੋਵੇ। ਅਸੀਂ ਤੁਹਾਡੇ ਪੁੱਤਰ ਹਾਂ, ਆਪਣੇ ਨਾਮ ਦੀ ਤੁਹਾਨੂੰ ਹੀ ਲਾਜ ਹੈ। ਗੁਰੂ ਜੀ ਨੇ ਇਉਂ ਪੁੱਤਰਾਂ ਨੂੰ ਦੀਨ ਹੋਏ ਵੇਖ ਕੇ ਕਿਹਾ, ਤੁਹਾਡੀ ਕੁੱਲ ਵਿੱਚ ਰਿੱਧੀਆਂ ਸਿੱਧੀਆਂ ਰਹਿਣਗੀਆਂ, ਕਿਸੇ ਪਦਾਰਥ ਦੀ ਤੋਟ ਨਹੀਂ ਆਵੇਗੀ। ਗੁਰੂ ਪੀਰਾਂ ਦੇ ਕੂਕਰਾਂ ਨੂੰ ਵੀ ਸਾਰਾ ਜਗਤ ਮੰਨਦਾ ਹੈ। ਤੁਸੀਂ ਤਾਂ ਸਾਡੇ ਸਾਹਿਬਜ਼ਾਦੇ ਹੋ, ਤੁਹਾਨੂੰ ਕਿਉਂ ਸਭ ਪਦਾਰਥ ਭੇਟਾ ਨਹੀਂ ਕਰਨਗੇ। ਤੁਹਾਡੇ ਵਿੱਚ ਕਰਾਮਾਤ ਹੋਵੇਗੀ, ਸਾਡੇ ਸਿੱਖ ਤੁਹਾਡੀ ਪੂਜਾ ਕਰਨਗੇ, ਪਰੰਤੂ ਜੋ ਸ਼ਬਦ ਦੀ ਵਡਿਆਈ ਹੈ ਉਹ ਸ਼੍ਰੀ ਅੰਗਦ ਜੀ ਨੂੰ ਬਣ ਆਈ ਹੈ। ਤੁਸੀਂ ਇਸ 'ਤੇ ਖੇਦ ਪ੍ਰਗਟ ਨਾ ਕਰੋ। ਇਸ ਸਮੇਂ ਭਾਈ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੀ ਆਪ ਜੀ ਨੇ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਵਾਸਤੇ ਸਿੱਖਾਂ ਪ੍ਰਤੀ ਹੁਕਮ ਕੀਤਾ ਹੈ, ਇਸ ਦੇ ਯਥਾਰਥ ਅਰਥ ਸਿੱਖ ਆਪ ਜੀ ਦੇ ਮੁਖਾਰ ਬਿੰਦ ਤੋਂ ਛੁਡਣਾ ਚਾਹੁੰਦੇ ਹਨ। ਤਦ ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਫਰਮਾਇਆ, ਦੋਹਰਾ ਸਤਨਾਮ ਸ਼੍ਰੀ ਵਾਹਿਗੁਰੂ ਸੁਨਹਿ ਅਰਥ ਏਸ ਘੇਰ, ਜਿਸਕੇ ਸਿਮਰਨ ਅਦਕ ਫਲ ਮਿਠੇ 84 ਫੇਰ। ਹੇ ਸਿੱਖੋ, ਵਾਹਿਗੁਰੂ ਨਾਮ ਦੇ ਅਰਥ ਸੁਣੋ, ਜਿਸ ਦੇ ਸਿਮਰਨ ਕਰਨ ਨਾਲ ਬਹੁਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ 84 ਕੱਟੀ ਜਾਂਦੀ ਹੈ। ਵਾਹਿਗੁਰੂ ਅਸ਼ਟਕ ਸਵੈਆ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਬੰਧਾਨ ਸਦੀਵ ਚੂਰ, ਦੇਹ ਅਨੇਕ ਤਰੇ ਜਨਮੇ ਮਿਰਤ ਸੰਕਟ ਹੋਤ ਵਿਸਾਲ ਸ਼ੁਰੂ, ਸੋ ਤਤਕਾਲ ਬਿਲੀਨ ਕਰੇ ਹੋਏ ਜਾਤ ਪ੍ਰਕਾਸ਼ ਰਹੇ ਇਸ ਰੂ, ਜੋ ਅਸਚਰਜ ਮਹਾ ਬਿਸਮਾਵਤ ਤਾਹਾਂ ਕਹੋ ਮੁਖ ਵਾਹਿਗੁਰੂ, ਜੋ ਜੜ ਜਾਤ ਬਿਥਾਰ ਮਹਾ ਬ੍ਰਿਸ਼ਟਾ ਮਾਨ ਬਚਿੱਤਰ ਅਨੇਕ ਫੁਰੂ, ਤਾਰ ਤਮੇ ਜਨਮੇ ਬਿਨਸੇ ਜਿਸ ਆਸ਼ਤ ਭਾ ਸਤ ਬੀਜ ਪੁਰੂ, ਜੋ ਤਿਨਕੇ ਵਿਵਹਾਰ ਕਰਾਵਤ ਨਾਮ ਕਹੈ ਇਮ ਚੇਤਨ ਰੂ, ਜੋ ਅਸਚਰਜ ਮਹਾ ਬਿਸਮਾਵਤ ਤਾਹਾਂ ਕਹੋ ਮੁਖ ਵਾਹਿਗੁਰੂ, ਜੋ ਸਭ ਦੇਹ ਨਾ ਅੰਨ ਪਚਾਵਤ ਪਾਵਤ ਪ੍ਰਾਨ ਆਧਾਰ ਤੂਰ, ਬ੍ਰਿਧ ਰਿਖਕ ਅਚੇਤਨ ਜੇ ਤਿਨਕੇ ਵਿਵਹਾਰ ਕਰੇ ਜੇ ਸ਼ੁਰੂ, ਅੰਤਰ ਜੋ ਮਤ ਆਦਿਕ ਹੈ ਜੜ ਤੇ ਚਿਤ ਕੈ ਫੁਰਨਾ ਸੁਫਰੂ, ਜੋ ਅਸਚਰਜ ਮਹਾ ਬਿਸਮਾਵਤ ਤਾਹਾਂ ਕਹੋ ਮੁਖ ਵਾਹਿਗੁਰੂ, ਸੀਸ ਸਹੰਸ ਅਸੀਸ ਅਨੈਨਨ ਸਨੈਨਨ ਸਹਿ ਸਰਹੀ ਰੂਪ ਧਰੂ, ਘਰਾਣ ਸਹੰਸਰ ਅਗਾਣ ਅਸਰੋਣ ਸੰਸਰੋਣ ਸਹੰਸਰ ਤੇ ਸਰੋਣ ਗੁਰੂ, ਪਾਣੀ ਸਹੰਸਰ ਅਪਾਨ ਅਪਾਦ ਸਪੰਦ ਸਹੰਸਰ ਅਨਰੂ ਉਰੂ, ਜੋ ਅਸਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ, ਤਰਾਮਤ ਹੈ ਜਿਸ ਤੇ ਮਿੱਤਰ ਦੌਰਤ ਲੋਰਤ
ਜੀਤਨ ਅੰਤ ਕਰੂ, ਤਰਾਸ ਤਰਾਤਰ ਤੋ ਤ੍ਰਿਤ ਤਾਰਤ ਤਰਾਸਤ ਪੋਨ ਤ੍ਰਿਲੋਕ ਤਰੂ, ਤਰਾਸ ਤਰੇ ਨਭ ਸੂਰਜ ਗੌਨ ਪ੍ਰਕਾਸ਼ਤ ਪਾਵਕ ਤਰਾਸ ਪੁਰੂ, ਜੋ ਅਸਚਰਜ ਮਹਾ ਬਿਸਮਾਵਤ ਤਾਹਾਂ ਕਹੋ ਮੁਖ ਵਾਹਿਗੁਰੂ, ਜੋ ਸਗਰੇ ਜਗ ਕੋ ਡਰਦਾਇਕ ਕਰਮ ਮਹਾ ਅਤ ओज तरु, जो सब को उपजावत है पर भारत फेर विनाश करू, जो अर आकाल महा विदते तिस काल को काल करे जो तरु, जो आश्चर्य महा बिस्मावत तहाँ कहो मुख वाहिगुरु, वेद अवेद निरंतर अंतर अंतरे सो उचारण चुरु, बिंब सो एक अनेक अबिंब अलंब बिना सु अलंब कुरु, संख बिखे जो असंख विशेष अजेश हवै शेष निशेष तरु, जो आश्चर्य महा बिस्मावत ताहा कहो मुख वाहिगुरु, एकम एक कला सस की गुल मैं जिस गंध पने सगरू, पै मद जयो सन होत सदीव है अंब में मधुरता जबरू, है अत तेज हलाहल मैं इस बीच विराजत है सफरू, जो आश्चर्य महा बिस्मावत ताहा कहो मुख वाहिगुरु। दोहरा बनायो अष्टक अर्थ को वाहिगुरु सतनाम, निता प्रति पढ़े जो प्रेम कर ठन है गुरु प्रणाम। वाहिगुरु दा नाम ਦਾ ਇੱਕ ਅਸ਼ਟਕ 8 ਛੰਦਾ ਅਰਥ ਸੁਣ ਕੇ ਸਾਰੀ ਸੰਗਤ ਪ੍ਰਸੰਨ ਹੋ ਗਈ। ਭਾਈ ਬੁੱਢਾ ਜੀ ਨੇ ਖੜੇ ਹੋ ਕੇ ਗੁਰੂ ਜੀ ਦੀ ਬਹੁਤ ਉਸਤਤੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ ਕਿਹਾ, ਭੁਜੰਗ ਪ੍ਰਿਆਤ ਸ਼ੰਤ ਮਹਾ ਦੁਖ ਸਿੰਧ ਪ੍ਰਭੂ, ਹੇ ਅਗਸ ਸੰਤ ਸਮਸਤਨ ਨਿਵਾਸੇ ਬਿਲਾਸੋ ਸਮਸਤਨ, ਦਈ ਮੋਖ ਕੁਟਾਨ ਜੋ ਮੋਹ ਗ੍ਰਸਿਹਾਂ, ਸਦਾ ਜੈ ਨਮਸਤਮ ਨਮਸਤਮ। ਅਰਥਾਤ ਆਪ ਦੁੱਖ ਰੂਪ ਸਮੁੰਦਰ ਨੂੰ ਨਾਸ਼ ਕਰਨ ਵਾਲੇ ਅਗਸਤ ਮੁਨੀ ਹੋ, ਸਾਰਿਆਂ ਵਿੱਚ ਤੁਹਾਡਾ ਵਾਸਾ ਹੈ, ਸਭ ਵਿੱਚ ਖੇਲ ਕਰਦੇ ਹੋ। ਕਰੋੜਾਂ ਜੀਵਾਂ ਨੂੰ ਜੋ ਮੋਹ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਤੁਸਾਂ ਮੁਕਤੀ ਬਖਸ਼ੀ ਹੈ। ਆਪ ਜੀ ਦੀ ਸਦਾ ਹੀ ਜੈ ਹੋਵੇ। ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਭਾਈ ਬੁੱਢਾ ਜੀ ਦੇ ਇਹ ਸ਼ਰਧਾਪੂਰਵਕ ਵਾਕ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਬੁੱਢਾ ਜੀ ਨੂੰ ਭਾਈ ਪਦ ਦੀ ਬਖਸ਼ਿਸ਼ ਕੀਤੀ। ਇਸ ਦਿਨ ਤੋਂ ਸਭ ਸਿੱਖ ਆਪ ਜੀ ਨੂੰ ਭਾਈ ਬੁੱਢਾ ਜੀ ਆਖ ਕੇ ਸਤਿਕਾਰ ਕਰਨ ਲੱਗ ਪਏ। ਇਸ ਤਰ੍ਹਾਂ ਸਿੱਖਾਂ ਨੂੰ ਸਤਨਾਮ ਦਾ ਉਪਦੇਸ਼ ਅਤੇ ਧੀਰਜ ਸਹਿਤ ਵਰਦਾਨ ਦੇ ਕੇ ਆਪ ਜੀ ਨੇ ਫਰਮਾਇਆ ਕਿ ਸਾਡੇ ਚੁਫੇਰੇ ਕਨਾਤ ਤਾਣ ਦਿਓ ਅਤੇ ਆਪ ਸਾਰੇ ਇਸ ਦੇ ਬਾਹਰ ਜਾ ਕੇ ਸਤਨਾਮ ਦਾ ਜਾਪ ਕਰੋ। ਜਦ ਸਿੱਖਾਂ ਨੇ ਇਸ ਤਰ੍ਹਾਂ ਕਰ ਦਿੱਤਾ ਤਾਂ ਗੁਰੂ ਜੀ ਚਿੱਟੀ ਚਾਦਰ ਤਾਣ ਕੇ ਕੋਸ਼ਾ ਦੇ ਆਸਣ ਉੱਤੇ ਲੰਮੇ ਪੈ ਗਏ। ਸਾਰੇ ਸਿੱਖ ਸੇਵਕਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਚਲਾਣਾ ਕਰ ਗਏ ਹਨ। ਸਭ ਇਸਤਰੀ ਪੁਰਸ਼ਾਂ ਦੀਆਂ ਅੱਖਾਂ 'ਚੋਂ ਗੁਰੂ ਜੀ ਦਾ ਨਾਮ ਲੈ ਕੇ ਜਲ ਜਾਣ ਲੱਗ ਪਿਆ। ਆਪ ਜੀ ਦਾ ਅੰਤਮ ਸਰੀਰਕ ਸੰਸਕਾਰ ਕਰਨ ਲੱਗਿਆਂ ਹਿੰਦੂ ਕਹਿਣ ਸਾਡਾ ਗੁਰੂ ਹੈ, ਅਸਾਂ ਦੇਹੀ ਦਾ ਸੰਸਕਾਰ ਕਰਨਾ ਹੈ। ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸਾਂ ਦੇਹੀ ਨੂੰ ਕਬਰ ਵਿੱਚ ਪਾਉਣਾ ਹੈ। ਇਸ ਤਰ੍ਹਾਂ ਜਦ ਦੋਹਾਂ ਨੇ ਕਨਾਤ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਜੀ ਦਾ ਸਰੀਰ ਲੋਪ ਸੀ, ਕੇਵਲ ਚਿੱਟਾ ਚਾਦਰਾ ਹੀ ਉੱਥੇ ਰਹਿ ਗਿਆ ਸੀ, ਜੋ ਹਿੰਦੂ ਮੁਸਲਮਾਨਾਂ ਨੇ ਅੱਧਾ ਅੱਧਾ ਕਰਕੇ ਹਿੰਦੂਆਂ ਨੇ ਅਗਨ ਭੇਟ ਕਰ ਦਿੱਤਾ ਤੇ ਮੁਸਲਮਾਨਾਂ ਨੇ ਦਫਨ ਕਰ ਦਿੱਤਾ। ਉੱਧਰ ਜਦ ਗੁਰੂ ਜੀ ਵਿਮਾਨ 'ਤੇ ਚੜ੍ਹ ਕੇ ਸੱਚਖੰਡ ਨੂੰ ਚਲੇ ਤਾਂ ਆਕਾਸ਼ ਵਿੱਚ ਦੇਵਤਿਆਂ ਨੇ ਜੈ ਜੈਕਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ। ਅਪਸਰਾਂ ਨੇ ਖੁਸ਼ੀ ਵਿੱਚ ਨਿਰਤਕਾਰੀ ਕੀਤੀ ਅਤੇ ਬ੍ਰਹਮਾ ਨੇ ਚੰਦਨ ਛਿੜਕਾਇਆ। ਮੁਖੀ ਦੇਵਤਿਆਂ ਨੇ ਆਰਤੀ ਕੀਤੀ ਅਤੇ ਸੰਖਾਂ ਘੰਟਿਆਂ ਘੜਿਆਲਾਂ ਦੀ ਧੁਨੀ ਕੀਤੀ। ਇਸ ਤਰ੍ਹਾਂ ਦੇ ਮੰਡਲਾਂ ਵਿੱਚ ਖੁਸ਼ੀਆਂ ਦੀ ਗਹਿਮਾ ਗਹਿਮ ਵਿੱਚ ਸ੍ਰੀ ਗੁਰੂ ਜੀ ਆਪਣੇ ਪਰਮ ਧਾਮ ਸੱਚਖੰਡ ਵਿੱਚ ਜਾ ਵਿਰਾਜੇ। ਗੁਰੂ ਜੀ ਨੇ ਸਰੀਰ ਕਰਕੇ ਮਾਤ ਲੋਕ ਵਿੱਚ 70 ਵਰ੍ਹੇ 5 ਮਹੀਨੇ ਅਤੇ 7 ਦਿਨ ਪਾਤਸ਼ਾਹੀ ਕੀਤੀ ਅਤੇ ਸੰਮਤ 1596 ਅੱਸੂ ਵਦੀ ਦਸਵੀਂ ਨੂੰ ਸੱਚਖੰਡ ਜਾ ਵਿਰਾਜੇ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕ੍ਰਿਤ ਕਵੀ ਸੰਤੋਖ ਸਿੰਘ ਦੀ ਵਾਰਤਕ ਟਿੱਕਾ ਸੰਪੂਰਨ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।